Good morning everyone, this is Sandeep Kaur, your social science teacher, and today we will discuss the arguments for democracy. In our last video we discussed the arguments against the democracy, and today we are going to discuss the arguments for democracy. And the first example which is given by the writer, that is from China. ठीक है, ਚਾਈਨਾ ਨੂੰ ਬੇਟਾ ਇੰਡੀਪੈਂਡੈਂਸ ਮਿਲਦੀ ਹੈ ਔਰ ਇੰਡੀਪੈਂਡੈਂਸ ਮਿਲਣ ਤੋਂ ਬਾਅਦ ਜਿਹੜਾ ਹੈ ਉੱਥੇ ਇੱਕ ਤਰ੍ਹਾਂ ਦੀ ਡਿਕਟੇਟਰਸ਼ਿਪ ਵਾਲੀ ਅਕੋਰਡਿੰਗ ਆਪਾਂ ਕਹਿ ਸਕਦੇ ਗਵਰਨਮੈਂਟ ਹੁੰਦੀ ਹੈ। ਠੀਕ ਹੈ, ਕੰਟੀਨਿਊਸਲੀ ਉੱਥੇ ਜਿਹੜਾ ਗ੍ਰਹਿ ਯੁੱਧ ਚੱਲਦਾ ਪਿਆ ਹੁੰਦਾ ਹੈ, ਕਿਉਂਕਿ ਇੱਕ ਸਾਈਡ 'ਤੇ ਕਮਿਊਨਿਸਟ ਪਾਰਟੀ ਜਿਹਦੀ ਹੁਣ ਗਵਰਨਮੈਂਟ ਹੈ ਉਸ ਟਾਈਮ 'ਤੇ ਉਹ ਸਟਰਗਲ ਕਰਦੇ ਪਏ ਹੁੰਦੇ ਨੇ, ਦੂਸਰੀ ਸਾਈਡ 'ਤੇ ਜਿਹੜਾ ਹੁੰਦਾ ਹੈ ਉਹ ਚਿਆਂਗ ਕਾਈ ਸ਼ੇਕ ਜਿਹੜੇ ਹੁੰਦੇ ਹੋ ਉਹਨਾਂ ਦੀ ਜਿਹੜੀ ਗਵਰਨਮੈਂਟ ਹੁੰਦੀ ਹੈ ਉਹਨਾਂ ਵਿੱਚ ਆਲਮੋਸਟ ਜਿਹੜਾ ਹੁੰਦਾ ਹੈ ਉਹ ਕੀ ਹੈ ਚੱਲਦਾ ਪਿਆ ਹੁੰਦਾ ਹੈ, ਗ੍ਰਹਿ ਯੁੱਧ ਚੱਲਦਾ ਹੈ। ਠੀਕ ਹੈ, ਸੋ ਇਹ ਵਾਲਾ ਜਿਹੜਾ ਯੁੱਧ ਚੱਲਦਾ ਹੈ ਇਹਦੇ ਟਾਈਮ ਪੀਰੀਅਡ ਦੇ ਵਿੱਚ ਹੀ ਜਿਹੜਾ ਹੈ ਉਹ 1958 to 61 ਦੇ ਵਿੱਚ ਇੱਕ ਜਿਹੜਾ ਫੇਮਾਈਨ ਆਉਂਦਾ ਹੈ, ਇੱਕ ਅਕਾਲ ਪੈ ਜਾਂਦਾ ਹੈ ਚਾਈਨਾ ਦੇ ਵਿੱਚ। ਠੀਕ ਹੈ, ਔਰ ਇਹ ਫੇਮਾਈਨ ਜਿਹੜਾ ਹੁੰਦਾ ਹੈ ਵਰਲਡ ਦਾ ਸਭ ਤੋਂ ਵੱਡਾ ਹੁਣ ਤੱਕ ਦਾ ਫੇਮਾਈਨ ਜਿਹੜਾ ਮੰਨਿਆ ਜਾਂਦਾ ਹੈ, ਅਕਾਲ ਮੰਨਿਆ ਜਾਂਦਾ ਹੈ, ਉਹ ਹੈ ਚਾਈਨਾ ਦਾ ਇਹ ਵਾਲਾ ਜਿਹੜਾ ਫੇਮਾਈਨ ਹੈ ਉਹ ਮੰਨਿਆ ਜਾਂਦਾ ਹੈ। ਠੀਕ ਹੈ, ਸੋ ਵਰਲਡ ਦਾ ਸਭ ਤੋਂ ਵੱਡਾ ਜਿਹੜਾ ਫੇਮਾਈਨ ਸੀਗਾ ਇਹਦੇ ਵਿੱਚ 3 ਕਰੋੜ ਦੇ ਜਿਹੜਾ ਲੋਕ ਸੀਗੇ, 3 ਕਰੋੜ ਦੇ ਅਪਰੋਕਸੀਮੇਟਲੀ ਜਿਹੜੇ ਲੋਕ ਸੀਗੇ ਉਹ ਮਾਰੇ ਗਏ। ਔਰ ਉਸ ਟਾਈਮ ਤੇ ਜਿਹੜੀ ਚਾਈਨਾ ਸੀਗਾ ਉਹਦੀ ਕੰਡੀਸ਼ਨ ਅਗਰ ਆਪਾਂ ਕਹੀਏ ਇਕਨੋਮਿਕ ਕੰਡੀਸ਼ਨ, ਦੈਨ ਚਾਈਨਾ ਦੀ ਇੰਡੀਆ ਨਾਲ ਇਕਨੋਮਿਕ ਕੰਡੀਸ਼ਨ ਉਸ ਟਾਈਮ ਤੇ ਵੀ ਠੀਕ ਸੀਗੀ, ਕਿਉਂਕਿ ਅੱਜ ਵੀ ਅਗਰ ਆਪਾਂ ਕਹੀਏ ਤਾਂ ਇੰਡੀਆ ਦੇ ਕੰਪੈਰੇਟਿਵਲੀ ਉਹਨਾਂ ਦੀ ਇਕਨੋਮੀ ਆਪਣੇ ਨਾਲੋਂ ਕਿਤੇ ਜ਼ਿਆਦਾ ਬਿਹਤਰ ਹੈ। ਠੀਕ ਹੈ, ਲੇਕਿਨ ਇਕਨੋਮੀ ਬਿਹਤਰ ਹੋਣ ਦੇ ਬਾਵਜੂਦ ਵੀ ਚਾਈਨਾ ਦੇ ਵਿੱਚ 3 ਕਰੋੜ ਲੋਕ ਜਿਹੜੇ ਨੇ ਉਹ ਇੱਕ ਹੀ ਟਾਈਮ ਤੇ ਫੇਮਾਈਨ ਦੇ ਵਿੱਚ 3 ਸਾਲ ਦੇ ਵਿੱਚ ਮਾਰੇ ਜਾਂਦੇ ਆ। ਠੀਕ ਹੈ, ਔਰ ਫੇਮਾਈਨ ਕੀ ਹੈ ਬੇਟਾ ਕਿ ਲੋਕਾਂ ਦੇ ਕੋਲ ਖਾਣਾ ਨਾ ਹੋਣਾ ਖਾਣ ਲਈ। ਠੀਕ ਹੈ, ਕਿਹਾ ਜਾਂਦਾ ਹੈ ਕਿ ਚਾਈਨਾ ਦੇ ਵਿੱਚ ਉਸ ਟਾਈਮ ਤੇ ਲੋਕ ਜਿਹੜੇ ਸੀਗੇ ਉਹਨਾਂ ਨੇ ਪਹਿਲੇ ਤਾਂ ਜਿਹੜੇ ਜੀਵ ਜੰਤੂ ਸੀਗੇ ਉਹਨਾਂ ਕੋਲ ਉਹਨਾਂ ਨੂੰ ਮਾਰ ਕੇ ਖਾਣਾ ਸ਼ੁਰੂ ਕੀਤਾ। ਉਹਨਾਂ ਨੂੰ ਮਾਰ ਕੇ ਖਾਣ ਤੋਂ ਬਾਅਦ ਵਿੱਚ ਜਿਹੜਾ ਹੈਗਾ ਉਹਨਾਂ ਨੇ ਕੰਟੀਨਿਊਸਲੀ ਜਿਹੜੇ ਉੱਥੇ ਪੇੜ ਪੌਦੇ ਸੀਗੇ, ਪੱਤੇ ਸੀਗੇ, ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ। ਔਰ ਜਦੋਂ ਉਹ ਵੀ ਖਤਮ ਹੋ ਗਏ ਇੱਕ ਤਰੀਕੇ ਨਾਲ, ਦੈਨ ਉਹਨਾਂ ਨੇ ਮਿੱਟੀ ਖਾਣੀ ਸ਼ੁਰੂ ਕਰ ਦਿੱਤੀ। ਔਰ ਜਦੋਂ ਮਿੱਟੀ ਖਾਣੀ ਸ਼ੁਰੂ ਕਰ ਦਿੱਤੀ ਦੈਨ ਉਹਨਾਂ ਨੂੰ ਬਿਮਾਰ ਹੋ ਕੇ ਮਰਨਾ ਸ਼ੁਰੂ ਹੋ ਗਿਆ। ਔਰ 3 ਕਰੋੜ ਦੇ ਲਾਗੇ ਬੰਨੇ ਜਿਹੜਾ ਹੈ ਉਹ ਅਪਰੋਕਸੀਮੇਟਲੀ ਇੰਨੇ ਲੋਕ ਜਿਹੜੇ ਨੇ ਉਹ ਮਾਰੇ ਜਾਂਦੇ ਆ। ਠੀਕ ਹੈ, ਬਟ ਇਹਦੇ ਲਈ ਮੇਨ ਰੀਜ਼ਨ ਕੀ ਦੱਸਿਆ ਜਾਂਦਾ ਹੈ ਕਿ ਜਿਹੜਾ ਇਹ ਚਾਈਨਾ ਸੀਗਾ ਉਹਦੇ ਵਿੱਚ ਜਿਹੜੀ ਗਵਰਨਮੈਂਟ ਸੀਗੀ ਉਹ ਲੋਕਾਂ ਲਈ ਰਿਸਪੌਂਸੀਬਲ ਨਹੀਂ ਸੀਗੀ। ਠੀਕ ਹੈ, ਚਾਈਨਾ ਦੇ ਵਿੱਚ ਜਿਹੜਾ ਹੈ ਉਹ ਉਸ ਟਾਈਮ 'ਤੇ ਮਲਟੀ ਪਾਰਟੀ ਗਵਰਨਮੈਂਟ ਸੀਗੀ, ਇੱਕ ਹੀ ਪਾਰਟੀ ਦੀ ਗਵਰਨਮੈਂਟ ਸੀਗੀ। ਗਵਰਨਮੈਂਟ ਦੀ ਜਿਹੜੀਆਂ ਪਾਲਿਸੀਜ਼ ਸੀਗੀਆਂ ਉਹ ਸੈਂਟਰਲਾਈਜ਼ਡ ਸੀਗੀਆਂ। ਗਵਰਨਮੈਂਟ ਜਿਹੜੀ ਸੀਗੀ ਉਹ ਆਪਣੀ ਮਰਜ਼ੀ ਨਾਲ ਕੰਮ ਕਰਦੀ ਸੀਗੀ, ਉਹਨਾਂ ਨੂੰ ਕੋਈ ਲੋਕਾਂ ਦੇ ਲਈ ਅਕਾਊਂਟੇਬਲ ਨਹੀਂ ਸੀਗੀ, ਕਿ ਲੋਕਾਂ ਨੂੰ ਜਵਾਬਦੇਹ ਨਹੀਂ ਸੀਗੀ ਕਿ ਲੋਕਾਂ ਲਈ ਹੀ ਕੰਮ ਕਰਨਾ ਹੈ, ਜਾਂ ਇੰਨੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਦੈਨ ਉਹ ਕਿਸੇ ਲਈ ਰਿਸਪੌਂਸੀਬਲ ਨਹੀਂ ਸੀਗੇ, ਆਨਸਰੇਬਲ ਨਹੀਂ ਸੀਗੇ ਕਿ ਕਿਉਂ ਇੰਨੇ ਲੋਕਾਂ ਦੀ ਮੌਤ ਹੋ ਗਈ। ਉਹਦੇ ਕੰਪੈਰੇਟਿਵਲੀ ਅਗਰ ਆਪਾਂ ਇੰਡੀਆ ਦੀ ਗੱਲ ਕਰੀਏ ਦੈਨ ਇੰਡੀਆ ਦੀ ਜਿਹੜੀ ਇਕਨੋਮੀ ਸੀਗੀ ਉਸ ਟਾਈਮ 'ਤੇ ਵੀ ਉਹ ਵੀ ਕੋਈ ਜ਼ਿਆਦਾ ਬਿਹਤਰ ਨਹੀਂ ਸੀਗੀ। ਬਟ ਇੰਡੀਆ ਵਿੱਚ ਇਵੇਂ ਦਾ ਕੋਈ ਫੇਮਾਈਨ ਨਹੀਂ ਆਇਆ। ਕਿਉਂ ਨਹੀਂ ਆਇਆ? ਕਿਉਂਕਿ ਇੰਡੀਆ ਵਿੱਚ ਇੱਕ ਡੈਮੋਕ੍ਰੇਟਿਕ ਗਵਰਨਮੈਂਟ ਸੀਗੀ, ਔਰ ਡੈਮੋਕ੍ਰੇਟਿਕ ਗਵਰਨਮੈਂਟ ਜਿਹੜੀ ਹੁੰਦੀ ਹੈ ਉਹਦਾ ਪਹਿਲਾ ਫਰਜ਼ ਕੀ ਹੁੰਦਾ ਹੈ ਕਿ ਜਿਹੜੇ ਆਮ ਲੋਕ ਹੀ ਨੇ ਉਹਨਾਂ ਨੂੰ ਖਾਣਾ ਪਹੁੰਚਾਉਣਾ, ਉਹਨਾਂ ਦੇ ਬੇਸਿਕ ਨੀਡਸ ਨੂੰ ਫੁੱਲਫਿਲ ਕਰਨਾ। ਠੀਕ ਹੈ, ਸੋ ਇੰਡੀਆ ਵਿੱਚ ਐਵੇਂ ਦਾ ਕੋਈ ਫੇਮਾਈਨ ਨਹੀਂ ਆਇਆ, ਬਟ ਚਾਈਨਾ ਦੇ ਵਿੱਚ ਜਿਹੜਾ ਫੇਮਾਈਨ ਆਇਆ ਆਲਮੋਸਟ 3 ਕਰੋੜ ਲੋਕ ਜਿਹੜੇ ਨੇ ਉਹ ਮਾਰੇ ਜਾਂਦੇ ਨੇ। ਔਰ ਇਹਦੇ ਲਈ ਮੇਨਲੀ ਜਿਹੜਾ ਰਿਸਪੌਂਸੀਬਲ ਮੰਨਿਆ ਜਾਂਦਾ ਉਹ ਇਸੇ ਚੀਜ਼ ਨੂੰ ਮੰਨਿਆ ਜਾਂਦਾ ਹੈ ਕਿ ਜਿਹੜੀ ਚਾਈਨਾ ਦੀ ਫਾਰਮ ਆਫ ਗਵਰਨਮੈਂਟ ਸੀਗੀ ਉਹਨਾਂ ਨੂੰ ਕੋਈ ਕੁਐਸਚਨ ਨਹੀਂ ਕਰ ਸਕਦਾ ਕਿ ਇੰਨੇ ਲੋਕ ਕਿਉਂ ਮਾਰੇ ਗਏ। ਅਗਰ ਇੰਨੇ ਲੋਕ ਮਾਰੇ ਜਾਂਦੇ ਪਏ ਹੈਗੇ ਦੈਨ ਉਹਨਾਂ ਦੀ ਹੈਲਪ ਕਿਉਂ ਨਹੀਂ ਕੀਤੀ ਗਈ। ਠੀਕ ਹੈ, ਸੋ ਇਸ ਨੋਨ ਡੈਮੋਕ੍ਰੇਟਿਕ ਗਵਰਨਮੈਂਟ ਚਾਈਨਾ ਵਿੱਚ ਹੋਣ ਨੂੰ ਹੀ ਰਿਸਪੌਂਸੀਬਲ ਮੰਨਿਆ ਜਾਂਦਾ ਹੈ ਕਿ ਉਹ ਲੋਕਾਂ ਦੀ ਜ਼ਰੂਰਤਾਂ ਨੂੰ ਉਹਨਾਂ ਪੂਰੀਆਂ ਹੁੰਦੀਆਂ ਨਹੀਂ ਹੁੰਦੀਆਂ, ਉਹ ਇਸ ਚੀਜ਼ ਦੇ ਲਈ ਕੇਅਰ ਨਹੀਂ ਕਰਦੇ, ਇਹ ਉਹਨਾਂ ਦੀ ਡਿਊਟੀ ਆਪਣੀ ਨਹੀਂ ਮੰਨਦੇ। ਠੀਕ ਹੈ, ਸੋ ਇਹ ਇੱਕ ਐਗਜ਼ਾਮਪਲ ਹੈ ਕਿ ਇੱਕ ਡੈਮੋਕ੍ਰੇਟਿਕ ਕੰਟਰੀ ਔਰ ਇੱਕ ਨੋਨ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਕਿੰਨਾ ਕੁ ਫਰਕ ਹੁੰਦਾ ਹੈ। ਠੀਕ ਹੈ, ਇੱਕ ਡੈਮੋਕ੍ਰੇਟਿਕ ਕੰਟਰੀ ਆਪਣਾ ਫਰਜ਼ ਮੰਨਦੀ ਹੈ ਕਿ ਉਹਦੇ ਜਿਹੜੇ ਸਿਟੀਜ਼ਨਸ ਨੇ ਉਹ ਉਹਨਾਂ ਦੀਆਂ ਬੇਸਿਕ ਨੀਡਸ ਪੂਰੀਆਂ ਹੋਣ, ਔਰ ਇੱਕ ਨੋਨ ਡੈਮੋਕ੍ਰੇਟਿਕ ਗਵਰਨਮੈਂਟ ਜਿਹੜੀ ਆ ਉਹਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਠੀਕ ਹੈ, ਸੋ ਇਹਦਾ ਫਸਟ ਆਰਗੂਮੈਂਟ ਹੈ ਅ ਡੈਮੋਕ੍ਰੇਟਿਕ ਗਵਰਨਮੈਂਟ ਇਜ਼ ਅ ਬੈਟਰ ਗਵਰਨਮੈਂਟ ਬਿਕੋਜ਼ ਇਟ ਇਜ਼ ਮੋਰ ਅਕਾਊਂਟੇਬਲ ਫਾਰਮ ਆਫ ਗਵਰਨਮੈਂਟ। ਠੀਕ ਹੈ, ਲੋਕ ਅਕਾਊਂਟੇਬਲ ਮੀਨਸ ਰਿਸਪੌਂਸੀਬਲ। ਠੀਕ ਹੈ, ਸੋ ਡੈਮੋਕ੍ਰੇਸੀ ਜਿਹੜੀ ਹੈ ਇੱਕ ਅੱਛੀ ਗਵਰਨਮੈਂਟ ਹੈ। ਕਿਉਂ? ਕਿਉਂਕਿ ਇਹ ਜ਼ਿਆਦਾ ਜ਼ਿੰਮੇਵਾਰ ਹੈ।
ਠੀਕ ਹੈ। ਇਹ ਲੋਕਾਂ ਦੇ ਲਈ ਜ਼ਿਆਦਾ ਜ਼ਿੰਮੇਵਾਰ ਰਹਿੰਦੀ ਹੈ। ਲੋਕਾਂ ਦੀ ਇਸ ਚੀਜ਼ ਵਿੱਚ ਇਸ ਚੀਜ਼ ਨੂੰ ਆਪਣੀ ਰਿਸਪੌਂਸਿਬਿਲਿਟੀ ਮੰਨਦੀ ਹੈ ਕਿ ਲੋਕਾਂ ਦੀ ਜਿਹੜੀਆਂ ਹਰ ਬੇਸਿਕ ਨੀਡਸ ਨੇ ਉਹਨਾਂ ਨੂੰ ਪੂਰੀਆਂ ਕੀਤਾ ਜਾਏ। ਅਗਰ ਉਹ ਨਹੀਂ ਪੂਰੀਆਂ ਹੁੰਦੀਆਂ ਪਈਆਂ ਦੈਨ ਇਹ ਗਵਰਨਮੈਂਟ ਦੀ ਕਮਜ਼ੋਰੀ ਹੈ। ਬਟ ਨॉन ਡੈਮੋਕ੍ਰੈਟਿਕ ਗਵਰਨਮੈਂਟ ਵਿੱਚ ਕੋਈ ਵੀ ਅਕਾਊਂਟੇਬਿਲਿਟੀ, ਕੋਈ ਰਿਸਪੌਂਸਿਬਿਲਿਟੀ ਗਵਰਨਮੈਂਟ ਨਹੀਂ ਲੈਂਦੀ। ਠੀਕ ਹੈ। ਨੈਕਸਟ ਪੁਆਇੰਟ ਹੈ ਬੇਟਾ, ਡੈਮੋਕ੍ਰੇਸੀ ਜਿਹੜੀ ਆ ਸਮਟਾਈਮਸ ਜਿੱਦਾਂ ਆਰਗੂਮੈਂਟਸ ਦੇ ਅਗੇਂਸਟ ਆਉਂਦੇ ਆ ਕਿ ਇੱਥੇ ਡਿਸਕਸ਼ਨ ਤੇ ਬਹੁਤ ਟਾਈਮ ਲੱਗਦਾ ਹੈ, ਇੱਥੇ ਡਿਸੀਜਨਸ ਲੈਣ 'ਚ ਬਹੁਤ ਡਿਲੇ ਕੀਤਾ ਜਾਂਦਾ ਹੈ। ਠੀਕ ਹੈ। ਇਹਦੇ ਲਈ ਵੀ ਆਪਾਂ ਇਹਦੇ ਹੱਕ ਵਿੱਚ ਇਹ ਗੱਲ ਕਹਿ ਸਕਦੇ ਕਿ ਜਿਹੜੇ ਡਿਸੀਜਨਸ ਲਏ ਜਾਂਦੇ ਆ, ਠੀਕ ਹੈ, ਡਿਸੀਜਨਸ ਜਿੰਨਾ ਜ਼ਿਆਦਾ ਟਾਈਮ ਲੈ ਕੇ ਲਏ ਜਾਣਗੇ, ਜਿੰਨੀ ਜ਼ਿਆਦਾ ਕੰਸਲਟੇਸ਼ਨ ਹੋਏਗੀ ਉਨਾ ਹੀ ਜ਼ਿਆਦਾ ਉਹਨਾਂ ਵਿੱਚ ਗਲਤੀ ਦੀ ਗੁੰਜਾਇਸ਼ ਘੱਟ ਰਹੇਗੀ। ਅਗਰ ਫੈਸਲੇ ਜਲਦਬਾਜ਼ੀ 'ਚ ਲਏ ਜਾਣਗੇ, ਜਲਦੀ ਲਏ ਜਾਣਗੇ, ਕੋਈ ਸਲਾਹ ਨਹੀਂ ਕੀਤੀ ਜਾਏਗੀ, ਵਿਚਾਰ ਵਟਾਂਦਰਾ ਨਹੀਂ ਹੋਏਗਾ, ਕੋਈ ਡਿਬੇਟ ਨਹੀਂ ਹੋਏਗੀ, ਦੈਨ ਜਿਹੜੇ ਡਿਸੀਜਨਸ ਨੇ ਉਹ ਮੋਸਟਲੀ ਕੀ ਹੋਣਗੇ, ਗਲਤ ਹੋਣਗੇ ਔਰ ਜਿਨ੍ਹਾਂ ਦੇ ਤੁਹਾਨੂੰ ਇਵੇਂ ਦੇ ਨਤੀਜੇ ਦੇਖਣ ਲਈ ਮਿਲਣਗੇ ਜਿਵੇਂ ਦਾ ਫੇਮਾਈਨ ਸੀਗਾ ਚਾਈਨਾ ਦੇ ਵਿੱਚ। ਠੀਕ ਹੈ। ਸੋ ਇਹ ਵੀ ਇੱਕ ਪੋਜ਼ਿਟਿਵ ਪੁਆਇੰਟ ਹੈ ਡੈਮੋਕ੍ਰੇਸੀ ਦਾ ਕਿ ਇੱਥੇ ਜਿਹੜੇ ਡਿਸੀਜਨਸ ਲਏ ਜਾਂਦੇ ਨੇ ਉਹ ਕੰਸਲਟੇਸ਼ਨ ਤੋਂ ਬਾਅਦ ਲਏ ਜਾਂਦੇ ਨੇ। ਟਾਈਮ ਚਾਹੇ ਲੱਗਦਾ ਹੈ ਬਟ ਉਹਨਾਂ 'ਚ ਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀ। ਠੀਕ ਹੈ। ਡਿਫਰੈਂਟ ਡਿਸਕਸ਼ਨਸ ਕੀਤੀਆਂ ਜਾਂਦੀਆਂ ਹੈ, ਮੀਟਿੰਗਸ ਕੀਤੀਆਂ ਜਾਂਦੀਆਂ ਨੇ, ਆਮ ਲੋਕਾਂ ਨੂੰ ਉਹਦੇ ਬਾਰੇ ਅਵੇਅਰ ਕੀਤਾ ਜਾਂਦਾ ਹੈ, ਉਹਦੇ ਬਾਰੇ ਉਹਨਾਂ ਦੇ ਮਿਸਟੇਕਸ ਨੂੰ ਇੰਪਰੂਵ ਕਰਕੇ ਫਿਰ ਉਹਨਾਂ ਪਾਲਿਸੀਜ਼ ਨੂੰ ਅਪਲਾਈ ਕੀਤਾ ਜਾਂਦਾ ਹੈ। ਠੀਕ ਹੈ। ਨੈਕਸਟ ਥਰਡ argument is that democracy provides a method to deal with differences and conflict। ठीक है। सो डेमोक्रेसी अगर आप इंडिया की बेटा गल करिए दैन डेमोक्रेसी में सब तो ज़्यादा वैरायटी अगर आपको मिलती है, डाइवर्सिटी मिलती है अपने नेशन जी वर्ड के दैन वो अपने नेशन के। ठीक है। डिफरेंट कल्चरस के लोग डिफरेंट लैंगुएजिस बोलते हैं और डिफरेंट तरह के उन्होंने फूड हैबिट्स ने, ड्रैसिंग सेंस डिफरेंट ने, हर एक चीज़ जी डिफरेंट है बट फिर भी वो एक नेशन च रह रहे हैं। किमें रह रहे हैं, किमें पॉसीबल है, बिकॉज इट इज़ अ डेमोक्रेटिक गवर्नमेंट एंड इट प्रोवाइडिंग इक्वल राइट एंड कंडीशंस टू ऑल द पीपल्स। ठीक है। अगर इतने डेमोक्रेटिक गवर्नमेंट ना हो, नॉन डेमोक्रेटिक गवर्नमेंट हो और किसी स्पैसीफिक ग्रुप के लिए काम करे, दूजिया डिस्क्रिमिनेट करे, दैन ये पॉसीबल नहीं होएगा कि वो अपनी जी डेमोक्रेसी है वो चल पाए या डेमोक्रेटिक वे दे नाल काम जिहड़ा है वो अच्छे तरीके नाल हो सके। ठीक है। सो इंडिया की जी डेमोक्रेसी या किसी भी नेशन की जी डेमोक्रेसी है वो एक बड़ी ज़्यादा एक स्पैसीफिक फीचर है कि उत्थे हर तरह का जो डिफरेंसिस ने, कन्फ्लिक्ट्स ने, उन्होंने लिए जगह होंगी है, उन्होंने रूम होंदा है। वो हर एक परसन अगर वो गवर्नमेंट की किसी पॉलिसी नाल एग्री नहीं करता या उन्होंने कोई होर प्रॉब्लम है, अगर वो गवर्नमेंट को क्रिटिसाइज भी करता है दैन उन्होंने ये राइट टू एक्सप्रैशन मिलिया होंदा है। ठीक है। उन्होंने गवर्नमेंट को क्रिटिसाइज करने लिए किवें किसी भी तरह की सज़ा वगैरह नहीं दी जाती। बट अगर तुम नॉन डेमोक्रेटिक गवर्नमेंट जाके इवें करोगे दैन तुहानूं जेल सुट दिता जाएगा। ठीक है। सो ये मेन ने पहले जिहड़े सीगे आर्गूमेंट सीगे डेमोक्रेसी के हक दे विच। इहदे नाल ही बेटा की है, डेमोक्रेसी इनहैंसिस द डिगनिटी ऑफ सिटीजनस। ठीक है। ਜਿਹੜੇ सिटीजनस ने उन्होंने डिगनिटी ਨੂੰ मेनटेन रखती है, यानी कि एक गरीब आदमी ਜਿਹੜਾ है वो और एक रिचर्ड परसन दोनों का सोशल स्टेटस एक नेशन ਦੇ ਵਿੱਚ ਕੀ है, सेम है। ठीक है। दोनों की ने इंडियन सिटीजनस ने। ठीक है। और इकनॉमिक स्टेटस ਜਿਹੜਾ है उन्होंने कभी भी सोशल स्टेटस ਦੇ ਲਈ बेस नहीं बनाया जाता। हर एक परसन ਜਿਹੜਾ इक्वली इंपोर्टेंट है, हर एक परसन इक्वली वैल्यूएबल है और किसी भी तरह का डिस्क्रिमिनेशन नहीं है। ठीक है। नो वन इज अबव द रूल ऑफ लॉ। नैक्सट है बेटा, फाइनली आप कह सकते हैं कि इत्थे किसी भी तरीके का कोई रिच है, कोई एजुकेटेड है, दैन वो दूजिया नाल किसी भी तरीके दे नाल जिहड़ा वो डिस्क्रिमिनेशन नहीं कर सकता। सो अगर आप सम अप करते हैं दैन डेमोक्रेसी अगेन सेम डेफिनेशन इज देयर, डेमोक्रेसी इज नॉट सोल्यूशन ऑफ ऑल द प्रॉब्लम्स but it is better than other forms of government because it allows us to correct its own mistakes। ठीक है। सरकार ਜਦੋਂ ਕੋਈ ਕੰਮ ਕਰਦੀ ਹੈ ਦੈਨ ਸਪੋਜ਼ ਕਰੋ ਕਿ ਅਗਰ ਗਵਰਨਮੈਂਟ ਕੋਈ ਪਾਲਿਸੀ ਅਪਲਾਈ ਕਰ ਰਹੀ ਹੈ ਦੈਨ ਆਪੋਜੀਸ਼ਨ ਉਹਨੂੰ ਕ੍ਰਿਟੀਸਾਈਜ਼ ਕਰਦਾ ਹੈ ਜਾਂ ਉਹਦੀਆਂ ਕਮੀਆਂ ਨੂੰ ਦੱਸਦਾ ਹੈ, ਦੈਨ ਗਵਰਨਮੈਂਟ ਉਹਨਾਂ ਜਿਹੜੀਆਂ ਮਿਸਟੇਕਸ ਨੇ ਜਾਂ ਕਮੀਆਂ ਨੇ ਉਹਨਾਂ ਨੂੰ
ਖਤਮ ਕਰਕੇ ਉਹਨਾਂ ਨੂੰ ਪੂਰੀਆਂ ਕਰਕੇ ਦੈਨ ਉਹ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਖਤਮ ਕਰ ਸਕਦਾ ਹੈ ਔਰ ਉਹ ਪਾਲਿਸੀ ਨੂੰ ਹੋਰ ਵਧੀਆ ਤਰੀਕੇ ਨਾਲ ਜਿਹੜਾ ਯੂਜ਼ ਕੀਤਾ ਜਾ ਸਕਦਾ ਹੈ, ਅਪਲਾਈ ਕੀਤਾ ਜਾ ਸਕਦਾ ਹੈ, ਐਕੂਰੇਟ ਬਣਾਇਆ ਜਾ ਸਕਦਾ ਹੈ। ਠੀਕ ਹੈ, ਔਰ ਇਹ ਸਿਰਫ ਕਿੱਥੇ ਪੋਸੀਬਲ ਹੈ? ਸਿਰਫ ਡੈਮੋਕ੍ਰੇਸੀ ਦੇ ਵਿੱਚ। ਅਗਰ ਨਾਨ ਡੈਮੋਕ੍ਰੈਟਿਕ ਗਵਰਨਮੈਂਟ ਹੋਏਗੀ ਦੈਨ ਉੱਥੇ ਤੁਹਾਨੂੰ ਕ੍ਰਿਟੀਸਾਈਜ਼ ਕਰਨ ਦੇ ਲਈ ਮੌਕਾ ਹੀ ਨਹੀਂ ਦਿੱਤਾ ਜਾਏਗਾ, ਤੁਹਾਨੂੰ ਇਹ ਰਾਈਟ ਹੀ ਨਹੀਂ ਹੋਏਗਾ, ਦੈਨ ਤੁਸੀਂ ਕਿਸੇ ਤਰੀਕੇ ਦਾ ਕ੍ਰਿਟੀਸਾਈਜ਼ ਉੱਥੇ ਨਹੀਂ ਕਰ ਸਕਦੇ। ਠੀਕ ਹੈ, ਸੋ ਡੈਮੋਕ੍ਰੇਸੀ ਇਜ਼ ਅ ਬੈਟਰ ਗਵਰਨਮੈਂਟ। ਕਿਉਂਕਿ ਇਹ ਤੁਹਾਨੂੰ ਆਪਣੀ ਮਿਸਟੇਕਸ ਅਗਰ ਹੋ ਵੀ ਜਾਂਦੀ ਹੈ ਦੈਨ ਤੁਹਾਨੂੰ ਉਸ ਮਿਸਟੇਕ ਨੂੰ ਇੰਪਰੂਵ ਕਰਨ ਦਾ ਜਿਹੜਾ ਮੌਕਾ ਹੈ ਉਹ ਦਿੰਦੀ ਹੈ, ਜਿਹੜਾ ਕਿ ਦੂਜੇ ਕਿਸੇ ਗਵਰਨਮੈਂਟ ਦੇ ਵਿੱਚ ਜਿਹੜਾ ਹੈ ਉਹ ਪੋਸੀਬਲ ਨਹੀਂ ਹੈ। ਸੋ ਡੈਮੋਕ੍ਰੇਸੀ ਅਗੇਨ ਕਿ ਇਹ ਕਿਸੇ ਵੀ ਚੀਜ਼ ਦਾ ਫੁੱਲੀ ਸੋਲਿਊਸ਼ਨ ਨਹੀਂ ਹੈ, ਕੋਈ ਕਿਤੇ ਤਰੀਕੇ ਦਾ ਮੈਜਿਕ ਨਹੀਂ ਹੈ, ਬਟ ਇਹਦੇ ਵਿੱਚ ਤੁਹਾਨੂੰ ਇਵੇਂ ਦੇ ਕੰਡੀਸ਼ਨਸ ਪ੍ਰੋਵਾਈਡ ਕੀਤੇ ਜਾਂਦੇ ਆ ਕਿ ਤੁਸੀਂ ਫਰੀडम ਦੇ ਨਾਲ ਰਹਿ ਸਕਦੇ ਹੋ, ਤੁਸੀਂ ਆਪਣੀ ਜਿਹੜੀ ਪਰਸਨੈਲਿਟੀ ਹੈ, ਆਪਣੀ ਚੋਇਸਸ ਨੇ, ਇੰਟਰਸਟ ਹੈ, ਉਹਨਾਂ ਨੂੰ ਫਰਦਰ ਡਿਵੈਲਪ ਕਰ ਸਕਦੇ ਹੋ। ਠੀਕ ਹੈ, ਥੈਂਕ ਯੂ।